ਸਤਿ ਸ਼੍ਰੀ ਅਕਾਲ ਜੀ। ਮੈਂ ਸ਼ਵਿੰਦਰ ਸਿੰਘ ਪ੍ਰੋਗਰਾਮ ਸਾਡਾ ਕਾਨੂੰਨ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਹਾਜ਼ਰ ਹਾਂ। ਜ਼ਿੰਦਗੀ 'ਚ ਤੁਰਦਿਆਂ ਫਿਰਦਿਆਂ ਜੀਵਨ ਬਤੀਤ ਕਰਦਿਆਂ ਸਾਡੇ ਤੋਂ ਕਈ ਵਾਰੀ ਕੁਝ ਗਲਤੀਆਂ ਹੋ ਜਾਂਦੀਆਂ ਜਾਂ ਲੋਕ ਕੁਝ ਸਾਡੇ ਤੇ ਵਧੀਕੀ ਕਰ ਜਾਂਦੇ, ਫਿਰ ਸਾਨੂੰ ਕੋਰਟ ਦਾ ਦਰਵਾਜ਼ਾ ਖੜਖੜਾਉਣਾ ਪੈਂਦਾ। ਉਸ ਲਈ ਸਾਨੂੰ ਸਾਡੇ ਕਾਨੂੰਨ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸੇ ਲਈ ਅਸੀਂ ਇਹ ਪ੍ਰੋਗਰਾਮ ਹੈ ਜਿਹੜਾ ਉਹ ਉਲੀਕਿਆ, ਜਿਸ ਵਿੱਚ ਅਸੀਂ ਕਾਨੂੰਨ ਬਾਰੇ ਜਿਹੜੀ ਗੱਲਬਾਤ ਕਰਦੇ ਹਾਂ। ਗੱਲਬਾਤ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਕੀਤੀ ਸੀ ਸਾਈਬਰ ਡੈਫਾਮੇਸ਼ਨ ਦੀ। ਸੋ ਅੱਜ ਕੋਸ਼ਿਸ਼ ਕਰਾਂਗੇ ਕਿ ਸਾਈਬਰ ਡੈਫਾਮੇਸ਼ਨ ਕੀ ਹੈ, ਇਹਦੇ ਬਾਰੇ ਜਾਣਕਾਰੀ ਫਿਰ ਲਵਾਂਗੇ। ਅੱਜ ਦੇ ਸਾਡੇ ਫਿਰ ਮਹਿਮਾਨ ਨੇ ਐਡਵੋਕੇਟ ਅਨੇਜਾ ਸਾਹਿਬ। ਅਨੇਜਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। CCN TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਬ੍ਰਦਰ, ਪਿਛਲੀ ਵਾਰੀ ਆਪਾਂ ਜਿਹੜੀ ਗੱਲ ਕੀਤੀ ਸੀ ਸਾਈਬਰ ਡੈਫਾਮੇਸ਼ਨ ਦੀ, ਅੱਜ ਫਿਰ ਮੈਨੂੰ ਲੱਗਦਾ ਕਿਉਂਕਿ ਇਹ ਫੀਲਡ ਇੰਨਾ ਜ਼ਿਆਦਾ ਵੱਡਾ, ਇਹਦੇ ਤੇ ਜਿੰਨੀ ਅਸੀਂ ਚਰਚਾ ਕਰਦੇ ਰਹੀਏ ਘੱਟ ਰਹੇਗੀ। ਬਿਲਕੁਲ। ਇਸ ਕਰਕੇ ਇੱਕ ਵਾਰੀ ਤੁਸੀਂ ਥੋੜਾ ਜਿਹਾ ਗਿਆਨ ਮੈਨੂੰ ਦਿਓ ਇਹ ਡੈਫਾਮੇਸ਼ਨ, ਕਿਉਂਕਿ ਸਾਡੇ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਉਹਨਾਂ ਨੂੰ ਵੀ ਆਪਾਂ ਦਿਖਾ ਦਈਏ ਕਿ ਸਾਈਬਰ ਡੈਫਾਮੇਸ਼ਨ ਹੈ ਕੀ। ਸਾਈਬਰ ਡੈਫਾਮੇਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਡੈਫਾਮੇਸ਼ਨ ਕੀ ਹੈ। ਜਦੋਂ ਵੀ ਕੋਈ ਪਰਸਨ ਕਿਸੇ ਨੂੰ ਇੰਟੈਂਸ਼ਨਲੀ, ਮਤਲਬ ਉਹਨੂੰ ਪਤਾ ਹੈ ਕਿ ਇਸ ਦੀ ਜਿਹੜੀ ਰੈਪੂਟੇਸ਼ਨ ਹੈ ਟਾਰਨਿਸ਼ ਜਾਂ ਖਰਾਬ ਹੋਏਗੀ, ਇਹ ਜਾਣਦਾ ਹੋਇਆ ਕਿਸੇ ਬਾਰੇ ਕੋਈ ਗਲਤ ਸ਼ਬਦਾਵਲੀ ਵਰਤਦਾ ਹੈ ਜਾਂ ਕੋਈ ਸਾਈਨ ਦਿੰਦਾ ਹੈਗਾ ਇੰਟੈਂਸ਼ਨਲੀ ਜਾਣਦਾ ਹੋਇਆ, ਤਾਂ ਇਹ ਡੈਫਾਮੇਸ਼ਨ ਦਾ ਪਾਰਟ ਹੈ। ਹੁਣ ਆਪਾਂ ਅੱਜ ਗੱਲ ਕਰ ਰਹੇ ਹਾਂ ਸਾਈਬਰ ਡੈਫਾਮੇਸ਼ਨ ਦੀ, ਜੋ ਕਿ ਇੱਕ ਡਿਜੀਟਲ ਪਲੇਟਫਾਰਮ ਤੇ ਜੋ ਵੀ ਕੋਈ ਪਰਸਨ ਹੈ ਉਹ ਸੋਚਦਾ ਹੈ, ਜੋ ਸੋਚਦਾ ਉਹਨੂੰ ਲਾਈਕ ਕਰ ਰਿਹਾ, ਸ਼ੇਅਰ ਕਰ ਰਿਹਾ, ਰੀਟਵੀਟ ਕਰ ਰਿਹਾ, ਤਾਂ ਉਹ ਸੋਚਦਾ ਕਿ ਮੈਂ ਸੇਫ ਹਾਂ। ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਜੋ ਵੀ ਕੋਈ ਪਰਸਨ ਟੂ ਪਰਸਨ ਕਿਸੇ ਸਪੈਸੀਫਿਕ ਐਲੀਗੇਸ਼ਨ ਲਗਾਉਂਦਾ ਹੈ ਕਿਸੇ ਤੇ, ਜੇ ਉਹ ਝੂਠਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਐਲੀਗੇਸ਼ਨ ਜੋ ਉਸ ਨੂੰ ਡਿਫੇਮ ਕਰਦਾ ਹੈ, ਡੈਰੋਗੇਟਰੀ ਵਰਡ ਹੈ, ਤਾਂ ਉਹ ਡੈਫਾਮੇਸ਼ਨ ਸਾਈਬਰ ਡੈਫਾਮੇਸ਼ਨ ਦੇ ਵਿੱਚ ਫਾਲ ਕਰਦਾ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉਹਦੇ ਵਿੱਚ ਕੀ ਹੁੰਦਾ, ਅਸੀਂ ਫੇਸਬੁੱਕ ਲੈ ਲਈਏ ਜਿਹਦੇ ਤੇ ਅਸੀਂ ਸਪੋਜ਼ ਕਿਸੇ ਨੇ ਕਿਸੇ ਤੇ ਕੋਈ ਮਾੜਾ ਕਮੈਂਟ ਕਰਤਾ, ਅਸੀਂ ਉਹਨੂੰ ਲਾਈਕ ਕਰਤਾ ਜਾਂ ਅਸੀਂ ਉਸੇ ਨੂੰ ਕਾਪੀ ਪੇਸਟ ਕਰਕੇ ਸ਼ੇਅਰ ਕਰਤਾ, ਇੱਕ ਉਹ ਹੋ ਗਿਆ। ਇੱਕ ਟਵਿੱਟਰ ਤੇ ਹੁੰਦਾ ਵੀ ਅਸੀਂ ਉਹਨੂੰ ਰੀਟਵੀਟ ਕਰਤਾ, ਤੇ ਅਸੀਂ ਇਹ ਸੋਚਦੇ ਵੀ ਯਾਰ ਮੈਂ ਤਾਂ ਕੀਤਾ ਨਹੀਂ, ਇਹ ਤਾਂ ਕਿਸੇ ਨੇ ਕੀਤਾ ਸੀ, ਤੇ ਮੈਂ ਤਾਂ ਜੀ ਉਹਨੂੰ ਰੀਟਵੀਟ ਕਰਤਾ ਜਾਂ ਮੈਂ ਇਹਨੂੰ ਕਾਪੀ ਪੇਸਟ ਕਰਤਾ ਤੇ ਮੈਂ ਬਚ ਗਿਆ। ਇਹ ਤਾਂ ਹੋ ਸਕਦਾ ਨਹੀਂ। ਦੇਖੋ, ਹਰੇਕ ਦੀ ਆਪਣੀ ਪਰਸੈਪਸ਼ਨ ਹੈ ਕਿ ਉਹ ਕੀ ਸੋਚ ਰਿਹਾ ਹੈ, ਪਰ ਲਾ ਬਿਲਕੁਲ ਡਿਫਰੈਂਟ ਹੈ ਜੀ। ਅਗਰ ਤੁਸੀਂ ਸਪੋਜ਼ ਇੱਕ ਬੰਦੇ ਨੇ ਦੂਸਰੇ ਬੰਦੇ ਦੀ ਡੈਫਾਮੇਸ਼ਨ ਕਰਤੀ ਜੀ, ਕੋਈ ਐਸਾ ਸਟੇਟਮੈਂਟ ਦੇਤੀ ਜਿਹੜੀ ਉਹਨੂੰ ਡਿਫੇਮ ਕਰਦੀ ਹੈ ਜੀ, ਔਰ B ਪਰਸਨ ਹੈ, ਉਹ ਕਹਿੰਦਾ ਵੀ ਇਹ ਤਾਂ A ਤੇ B ਦੀ ਗੱਲ ਹੈ, C ਨੇ ਉਹਨੂੰ ਰੀਟਵੀਟ ਕਰਤਾ। ਹੁਣ ਟਵਿੱਟਰ ਦੇ ਵਿੱਚ ਇੱਕ ਇਹ ਵੀ ਆਪਸ਼ਨ ਹੈ ਕਿ ਉਹਨੂੰ ਤੁਸੀਂ ਕਮੈਂਟ ਵੀ ਕਰ ਸਕਦੇ ਹੋ, ਲਾਈਕ ਵੀ ਕਰ ਸਕਦੇ ਹੋ। ਉਹਨੂੰ ਰੀਟਵੀਟ ਕਰਤਾ ਮਤਲਬ ਤੁਸੀਂ ਉਹਨੂੰ ਇੰਡੋਰਸ ਕਰਤਾ, ਤਾਂ ਤੁਸੀਂ ਵੀ ਇਸ ਦੇ ਡੈਫਾਮੇਸ਼ਨ ਦੇ ਦਾਇਰੇ ਦੇ ਵਿੱਚ ਆਓਗੇ, ਸਾਈਬਰ ਡੈਫਾਮੇਸ਼ਨ ਦੇ। ਤੁਸੀਂ ਇਸ ਤੋਂ ਬਾਹਰ ਨਹੀਂ ਨਿਕਲ ਸਕਦੇ। ਤੇ ਇਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨਾ ਚਾਹੂੰਗਾ। ਇਸ ਦੀਆਂ ਦੋ ਕੈਟਾਗਰੀ ਹੈ ਜੀ, ਜਿਸ ਨੂੰ ਮੈਂ ਅੱਜ ਡਿਸਕਸ ਕਰਨਾ ਚਾਹਾਂਗਾ। ਉਹ ਇਹ ਹੈ ਕਿ ਇੱਕ A ਕੈਟਾਗਰੀ ਦੀ ਗੱਲ ਕਰਾਂਗੇ ਆਪਾਂ ਵਿਦ ਕੇਸ ਲਾ, ਤੇ ਫਿਰ ਆਪਾਂ ਦੂਸਰੀ B ਕੈਟਾਗਰੀ ਦੀ ਗੱਲ ਕਰਾਂਗੇ ਜੀ। ਕਿਹੜੀ ਕੈਟਾਗਰੀ? ਹਾਂਜੀ, ਇਹ ਕੈਟਾਗਰੀ ਹੈ ਕਿ ਸਪੋਜ਼ ਇੱਕ ਬੰਦੇ ਨੇ ਕਿਸੇ ਦੂਸਰੇ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਉਹਦੇ ਬਾਰੇ ਕੁਝ ਕਹਿਤਾ। ਉਹਦੀ ਉਦਾਹਰਨ ਹੈ S. ਸੁਬਰਾਮਨਿਅਮ ਸਵਾਮੀ ਜੀ ਨੇ ਰਾਮ ਜੇਠਾਮਲਾਨੀ ਐਡਵੋਕੇਟ ਸਾਹਿਬ ਦੇ ਬਾਰੇ ਕਹਿਤਾ 2006-5 AIR 300 ਪੇਜ ਤੇ ਜਜਮੈਂਟ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਰਾਮ ਜੇਠਾਮਲਾਨੀ ਤੁਹਾਨੂੰ ਥੋੜ੍ਹਾ ਜਿਹਾ ਕੇਸ ਦੇ ਫੈਕਟ ਦੱਸਣੇ ਪੈਣਗੇ ਮੈਨੂੰ। ਰਾਜੀਵ ਗਾਂਧੀ ਐਸੋਲੇਸ਼ਨ ਕੇਸ ਸੀਗਾ, ਠੀਕ ਹੈ ਜੀ। ਉਹਦੇ ਵਿੱਚ ਰਾਮ ਜੇਠਾਮਲਾਨੀ ਅਕਿਊਜ਼ਡ ਵੱਲੋਂ ਪੇਸ਼ ਹੋਏ ਸੀ, ਤਾਂ ਸੁਬਰਾਮਨਿਅਮ ਸਵਾਮੀ ਨੇ ਡਾਇਰੈਕਟ ਐਲੀਗੇਸ਼ਨ ਲਗਾਇਆ ਕਿ ਜੀ ਇਹਨਾਂ ਨੇ ਜੋ ਫੀਸ ਹੈਗੀ ਉਹ LTT ਬੈਂਡ ਤੋਂ ਲਿੱਤੀ ਹੈ, ਜਿਹੜੀ ਕਿ ਉਸ ਟਾਈਮ ਦੇ ਵਿੱਚ ਕਾਫੀ ਮਾੜੀ ਗੱਲ ਸੀਗੀ। ਤਾਂ ਰਾਮ ਜੇਠਾਮਲਾਨੀ ਜੀ ਨੇ ਫੀਲ ਕੀਤਾ ਕਿ ਯਾਰ ਇਹ ਤਾਂ ਬਹੁਤ ਗਲਤ ਸਟੇਟਮੈਂਟ ਦਿੱਤੀ ਹੈ ਇਹਨਾਂ ਨੇ, ਤਾਂ ਕੋਰਟ ਦੇ ਵਿੱਚ ਗਏ। ਕੇਸ ਹੈਵੀਲੀ ਕੰਟੈਸਟਡ ਹੋਇਆ, ਤਾਂ ਜੋ ਕੇਸ ਹੈ ਉਹ ਰਾਮ ਜੇਠਾਮਲਾਨੀ ਜੀ ਦੇ ਹੱਕ ਦੇ ਵਿੱਚ ਹੋ ਗਿਆ ਸੀਗਾ। ਤਾਂ ਉਹਨਾਂ ਨੂੰ ਜੋ ਵੀ ਕੰਪਨਸੇਸ਼ਨ ਹੈ, ਮੈਨੂੰ ਕੰਪਨਸੇਸ਼ਨ ਐਗਜ਼ੈਕਟ ਨਹੀਂ ਪਤਾ, ਪਰ ਉਹਨਾਂ ਦੇ ਹੱਕ 'ਚ ਹੋ ਗਿਆ ਸੀ ਤੇ ਉਹਨਾਂ ਨੂੰ ਕੰਪਨਸੇਸ਼ਨ ਮਿਲ ਗਿਆ ਸੀ। ਦੂਸਰੀ ਗੱਲ ਇਹ ਹੁੰਦੀ ਹੈ ਕਿ ਅਸੀਂ ਕਈ ਵਾਰੀ ਐਵੇਂ ਐਲੀਗੇਸ਼ਨ ਲਾ ਦਿੰਦੇ ਹਾਂ, ਤੇ ਉਹ ਬਾਅਦ ਦੇ ਵਿੱਚ ਵੈਸੇ ਅਸੀਂ ਦੇਖਿਆ ਆਊਟ ਆਫ ਕੋਰਟ ਦੀ ਗੱਲ ਕਰੀਏ ਤਾਂ ਆਪਸੀ ਸਮਝੌਤੇ ਹੋ ਜਾਂਦੇ ਨੇ, ਪਰ ਜਦੋਂ ਉਹ ਕੇਸ ਹੈ ਜਿਹੜਾ ਕੋਰਟ ਦੇ ਵਿੱਚ ਜੇ ਚਲਾ ਜਾਂਦਾ ਤੇ ਉਹ ਬੰਦਾ ਆਪਣਾ ਇਸ ਗੱਲ ਨੂੰ ਜ਼ਾਹਰ ਕਰ ਦਿੰਦਾ, ਇਹ ਸਬੂਤ ਦੇ ਦਿੰਦਾ ਕਿ ਵਾਕਈ ਹੀ ਇਸ ਸ਼ਖਸ ਨੇ ਮੇਰੀ ਮਾਣਹਾਨੀ ਕੀਤੀ ਹੈ, ਤਾਂ ਉਹਦੇ ਲਈ ਇੱਕ ਸਜ਼ਾ ਜਿਹੜੀ ਹੈ ਉਹ ਤਜਵੀਜ਼ ਕੀਤੀ ਜਾਂਦੀ ਹੈ। ਉਹ ਸਜ਼ਾ ਕਿੰਨੀ ਹੁੰਦੀ ਹੈ ਜੀ ਅਪਰੋਕਸੀਮੇਟਲੀ? ਉਹ ਸਜ਼ਾ ਜੀ 2 ਸਾਲ ਦੀ ਹੁੰਦੀ ਹੈ। ਅਗਰ ਤੁਸੀਂ ਨਹੀਂ, ਇਹ 2 ਸਾਲ ਦੀ ਹੈ ਸਜ਼ਾ। ਇਹ ਜੱਜ ਦੀ ਡਿਸਕ੍ਰਿਸ਼ਨ ਪਾਵਰ ਹੈ ਕਿ ਉਹ ਕਿੰਨੀ ਸਜ਼ਾ ਉਹਨੂੰ ਕਰਦੇ ਹੈਗੇ। ਇਸ ਤੋਂ ਪਹਿਲੇ ਮੈਂ ਆਪਾਂ B ਕੈਟਾਗਰੀ ਰਹਿ ਗਈ ਸੀ ਜਿਹਨੂੰ ਮੈਂ ਡਿਸਕਸ ਕਰਨਾ ਚਾਹੁੰਦਾ।
ਇੱਕ ਕੇਸ ਹੋਇਆ ਸੀ ਐਸ ਖੁਸ਼ਬੂ ਵਰਸਸ ਕਨਿਆਮਲ ਜੀ 2010 ਦਾ ਕੇਸ ਹੈ। ਐਸ ਖੁਸ਼ਬੂ ਇੱਕ ਸਾਊਥ ਦੀ ਐਕਟਰੈਸ ਹੈ ਜਿਸ ਨੇ ਇੱਕ ਆਪਣਾ ਓਪੀਨੀਅਨ ਦਿੱਤਾ ਜਾਂ ਇੱਕ ਡੈਫਾਮੇਟਰੀ ਸਟੇਟਮੈਂਟ ਦਿੱਤੀ ਪ੍ਰੀ ਮੈਰਿਟਲ ਸੈਕਸ ਦੇ ਬਾਰੇ। ਇੱਕ ਮੈਗਜ਼ੀਨ ਸੀ ਜਿਨ੍ਹਾਂ ਨੇ ਸਰਵੇ ਕੀਤਾ ਸੀਗਾ, ਤਾਂ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਕਿ ਵੀ ਇੰਡੀਅਨ ਯੂਥ ਜਾਂ ਜੋ ਵੀ ਹੈ ਕਿਸੇ ਕਲਾਸ ਆਫ ਪੀਪਲ ਦੇ ਬਾਰੇ, ਕਿਸੇ ਦਾ ਉਹਨਾਂ ਨੇ ਨਾਮ ਨਹੀਂ ਲਿਆ, ਪਰ ਇਹ ਕਿਹਾ ਕਿ ਇੰਡੀਅਨ ਯੂਥ ਦੀ ਸੈਕਸੁਅਲ ਹੈਬਿਟ ਇਸ ਤਰ੍ਹਾਂ ਦੀ ਹੈਗੀ। ਤਾਂ ਫਿਰ ਇੰਡੀਆ ਦੇ ਵਿੱਚ ਖਬਰ ਫੈਲੀ, ਤਾਂ ਇੰਡੀਆ ਦੇ ਵਿੱਚ ਉਹਨਾਂ ਦੇ ਕਾਫੀ ਨੂਮੈਰੀਅਸ FIR ਉਹਨਾਂ ਤੇ ਦਰਜ ਹੋ ਗਈਆਂ ਐਸ ਖੁਸ਼ਬੂ ਤੇ। ਤਾਂ ਉਹਨਾਂ ਨੇ ਸਾਰੀਆਂ ਕੰਟੈਸਟ ਕੀਤੀਆਂ, ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇਹਨਾਂ ਨੇ ਕਿਸੇ ਨੂੰ ਸਪੈਸੀਫਿਕ ਥੋੜੀ ਕਿਹਾ, ਇਹ ਇਹਨਾਂ ਦਾ ਓਪੀਨੀਅਨ ਹੈ ਆਪਣਾ। ਤਾਂ ਜੋ ਓਪੀਨੀਅਨ ਹੈ ਉਹਨਾਂ ਨੇ ਕਿਸੇ ਸਪੈਸੀਫਿਕ ਕਲਾਸ ਨੂੰ ਨਹੀਂ ਕਿਹਾ, ਕਿਸੇ ਪਰਸਨ ਨੂੰ ਨਹੀਂ ਕਿਹਾ, ਤਾਂ ਇਹ ਇਹਨਾਂ ਦਾ ਆਪਣਾ ਪਰਸਨਲ ਓਪੀਨੀਅਨ ਹੈ, ਇਹ B ਕੈਟੇਗਰੀ 'ਚ ਫਾਲ ਕਰਦਾ ਹੈਗਾ। ਤੁਹਾਨੂੰ ਮੈਂ A ਕੈਟੇਗਰੀ ਦੀ ਇੱਕ ਹੋਰ ਉਦਾਹਰਨ ਦੇਣਾ ਚਾਹਾਂਗਾ। ਉਸ ਵਿੱਚ ਕੀ ਹੋਇਆ ਸੀਗਾ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਸ਼੍ਰੀ ਅਰੁਣ ਜੇਟਲੀ, ਲੇਟ ਸ਼੍ਰੀ ਅਰੁਣ ਜੇਟਲੀ ਜੀ 'ਤੇ ਇੱਕ ਐਲੀਗੇਸ਼ਨ ਲਗਾਇਆ। ਅਰੁਣ ਜੇਟਲੀ ਜੀ ਉਸ ਟਾਈਮ DDA ਦੇ ਚੇਅਰਮੈਨ ਜਾਂ ਪਰਸਨ ਸੀਗੇ, ਠੀਕ ਹੈ। ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਇਹਨਾਂ ਦੇ ਕਰਪਸ਼ਨ ਦੇ ਚਾਰਜਿਸ ਹੈਗੇ, ਕਰਪਸ਼ਨ ਦਾ ਲਗਾਇਆ ਚਾਰਜ। ਤਾਂ ਇਹਦੇ ਨਾਲ ਅਰੁਣ ਜੇਟਲੀ ਮੰਨ ਲਈ ਜੀ ਨੇ ਬਹੁਤ ਫੀਲ ਕੀਤਾ ਅਤੇ ਉਹਨਾਂ ਨੇ ਕੇਸ ਫਾਈਲ ਕਰਤਾ ਜੋ ਕਿ ਲਗਭਗ 10 ਕਰੋੜ ਦੀ ਡੈਫਾਮੇਸ਼ਨ ਦਾ ਸੀਗਾ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਚਲੋ ਇਸ ਕੇਸ ਦਾ ਬਾਅਦ ਇਹਨਾਂ ਦਾ ਰਾਜੀਨਾਮਾ ਹੋ ਗਿਆ। ਇਸ ਕੇਸ ਨੂੰ ਮੈਂ ਇਸ ਲਈ ਡਿਸਕਸ ਕੀਤਾ ਹੈ ਕਿਉਂਕਿ ਇਹ ਕੈਟੇਗਰੀ A ਦੇ ਵਿੱਚ ਫਾਲ ਕਰਦਾ ਹੈਗਾ। ਤੁਸੀਂ ਦੇਖੋਗੇ ਜਿੰਨੇ ਵੀ ਇਹ ਕੇਸ ਹੈਗੇ ਇਹ ਸਾਰੇ ਬੜੇ ਬਿਗ ਪੋਲੀਟੀਸ਼ੀਅਨ ਦੇ ਕੇਸ ਹੈ ਵੈਸੇ ਜ਼ਿਆਦਾਤਰ ਜੀ। ਹਾਂਜੀ, ਦੇਖੋ ਮੈਂ ਇਹੀ ਦੇਖ ਰਿਹਾ ਸੀ ਵੀ ਜਦੋਂ ਬਿਗ ਪੋਲੀਟੀਸ਼ੀਅਨਸ ਦੇ ਜਿਹੜੇ ਕੇਸ ਆਉਂਦੇ ਨੇ, ਕਈ ਵਾਰੀ ਅਸੀਂ ਦੇਖਦੇ ਹਾਂ ਇਹ ਜਿਹੜੀਆਂ ਪਾਰਟੀਆਂ ਵਾਲੇ ਨੇ ਇੱਕ ਦੂਸਰੇ ਦੇ ਉੱਤੇ ਬੜੀ ਬਲੇਮਬਾਜ਼ੀ ਬਹੁਤ ਕਰਦੇ ਨੇ। ਹੁਣ ਤਾਂ ਪਹਿਲਾਂ ਤਾਂ ਥੋੜਾ ਜਿਹਾ ਝਿਜਕ ਕੇ ਗੱਲਾਂ ਕਰਦੇ ਸੀ, ਹੁਣ ਤਾਂ ਸਿੱਧੇ ਗਾਲੀ ਗਲੋਚ ਤੇ ਤੂ ਤੜਾਕ ਇੱਕ ਦੂਸਰੇ ਤੇ ਇਹੋ ਜਿਹੇ ਬਿਆਨਬਾਜ਼ੀ ਕਰਦੇ ਨੇ ਕਿ ਜਿਹਦੇ ਨਾਲ ਵਾਕਈ ਹੀ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਮਾਣਹਾਨੀ ਹੋ ਰਹੀ ਹੈ, ਭਾਵੇਂ ਉਹ ਸਹੀ ਹੈ ਭਾਵੇਂ ਉਹ ਗਲਤ ਹੈ। ਇਹ ਇੱਕ ਜਿਹੜੀ ਸ਼ਬਦਾਵਲੀ ਹੈ ਉਹ ਮੈਨੂੰ ਲੱਗਦਾ ਦਰੁਸਤ ਜਿਹੜੀ ਆ ਉਹ ਨਹੀਂ ਵਰਤਦੇ। ਤੇ ਇਹ ਵੈਸੇ ਸਹੀ ਮੈਨੇ 'ਚ ਇੱਦਾਂ ਚਾਹੀਦਾ ਵੀ ਨਹੀਂ, ਪਰ ਉਹਦੇ ਵਿੱਚ ਵੀ ਤੁਸੀਂ ਦੇਖੋ ਇਹ ਲੋਕ ਇੱਕ ਦੂਸਰੇ ਤੇ ਕੇਸ ਕਿਉਂ ਨਹੀਂ ਕਰਦੇ। ਦੇਖੋ US ਤੇ UK ਦਾ ਜਿਹੜਾ ਲਾ ਹੈ ਉਹ ਇੰਡੀਆ ਨਾਲੋਂ ਕਾਫੀ ਡਿਫਰੈਂਟ ਹੈ। ਉੱਥੇ ਡੈਫਾਮੇਸ਼ਨ ਨੂੰ ਕਾਫੀ ਸੀਰੀਅਸ ਮੰਨਿਆ ਜਾਂਦਾ ਹੈਗਾ, ਅਤੇ ਇੱਥੇ ਆਪਾਂ ਦੇਖਦੇ ਹਾਂ ਹੁਣ ਜੇ ਇਸ ਦੇ ਮੁਤਾਬਕ ਦੇਖਿਆ ਜਾਏ ਤਾਂ ਫਿਰ ਤਾਂ ਕਿੰਨੇ ਕਮੈਂਟ ਕਿੰਨੇ ਸੈਲੀਬ੍ਰਿਟੀ 'ਤੇ ਜਾਂ ਪੋਲੀਟੀਸ਼ੀਅਨ 'ਤੇ ਲੋਕ ਕਰਦੇ ਹੈ, ਪਰ ਉਹ ਸੀਰੀਅਸ ਨਾ ਲੈ ਕੇ ਇਹਨੂੰ ਇਗਨੋਰ ਕਰ ਦਿੰਦੇ ਹੈਗੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹਨੂੰ ਵਿੱਚ ਲੈ ਨਹੀਂ ਸਕਦੇ ਹੈਗੇ, ਉਹ ਲੈ ਸਕਦੇ ਹੈ। ਪਰ ਇੰਡੀਆ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਇਗਨੋਰ ਕਰ ਦਿੰਦੇ ਹੈਗੇ ਔਰ ਕਹਿੰਦੇ ਕਿ ਚਲੋ ਕੋਈ ਗੱਲ ਨਹੀਂ ਜੀ, ਕੋਈ ਕਹਿ ਤਾ ਕੋਈ ਦਿੱਕਤ ਨਹੀਂ। ਹਾਂ, ਜਦੋਂ ਤੁਸੀਂ ਦੇਖੋ ਕਿ ਕੋਈ ਮੰਨ ਲਓ ਕਿਸੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਬੋਲਦਾ ਹੈ ਜਾਂ ਚੀਫ ਮਿਨਿਸਟਰ ਦੇ ਖਿਲਾਫ ਬੋਲਦਾ ਹੈ ਤਾਂ ਉਹਨਾਂ ਦੀ ਪਾਰਟੀ ਦੇ ਬੰਦੇ ਭਾਵੁਕ ਹੋ ਕੇ ਕੇਸ ਕਰ ਦਿੰਦੇ ਹੈਗੇ। ਇਸ ਦੇ ਦੱਸਣਾ ਜ਼ਰੂਰੀ ਹੈ ਕਿ ਜਿਸ ਪਰਸਨ ਦੀ ਡੈਫਾਮੇਸ਼ਨ ਹੋਈ ਹੈ, ਸਪੋਜ਼ ਆਪਾਂ ਦੋਨੋਂ ਗੱਲ ਕਰ ਰਹੇ ਹੈਗੇ ਤਾਂ ਤੁਸੀਂ ਮੇਰੀ ਕੀਤੀ ਹੈ, ਥਰਡ ਪਰਸਨ ਨੇ ਦੇਖ ਲਿਆ ਜਾਂ ਉਹ ਵਿੱਚ ਇਨਵੋਲਵ ਹੈ ਜਾਂ ਪਬਲਿਸ਼ ਹੋ ਗਈ ਕੋਈ ਪੋਸਟ, ਤਾਂ ਉਹਦਾ ਦੇਖਣ ਤੇ ਥਰਡ ਪਰਸਨ ਇਨਵੋਲਵ ਹੋਏ, ਕਹਿਣ ਦਾ ਮਕਸਦ ਤਾਂ ਹੀ ਡੈਫਾਮੇਸ਼ਨ ਹੋਈ ਨਾ। ਜੀ ਜੀ। ਤਾਂ ਜੇ ਉਹ ਕਰਦਾ ਹੈਗਾ ਤਾਂ ਫਿਰ ਇਹਦੇ 'ਚ ਫਾਲ ਕਰਦਾ ਹੈਗਾ ਜੀ ਉਹ। ਓਕੇ, ਹਾਂ ਇਹ ਵੀ ਪਿਛਲੀ ਵਾਰੀ ਗੱਲ ਹੋਈ ਸੀ ਵੀ ਦੇਖੋ ਜਿਹਦੀ ਮਾਣਹਾਨੀ ਹੋਈ ਹੈ ਕੇਸ ਵੀ ਉਹੀ ਕਰੇ। ਇਹ ਜ਼ਰੂਰੀ ਨਹੀਂ ਕਿ ਜਿਹੜਾ ਉਹਦਾ ਟੱਬਰ ਦਾ ਜੀ ਹੈ ਜਾਂ ਕੋਈ ਉਹਦਾ ਫੋਲੋਅਰ ਹੈ ਉਹ ਕਰੇ। ਅੱਛਾ, ਇੱਕ ਹੋਰ ਹੈ ਵੀ ਲੋਕ ਕਿਤਾਬਾਂ ਲਿਖਦੇ ਨੇ, ਜਦੋਂ ਕਿ ਅੱਜ ਕੱਲ੍ਹ ਲੋਕ ਜ਼ਿਆਦਾ ਕਿਤਾਬਾਂ ਨੂੰ ਨਹੀਂ ਪੜ੍ਹਦੇ, ਪਰ ਫਿਰ ਵੀ ਲਿਖਣ ਵਾਲੇ ਬਹੁਤ ਅੱਛੇ ਲੋਕ ਬੈਠੇ ਨੇ। ਸਾਨੂੰ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ, ਪਰ ਕਿਤਾਬ ਪੜ੍ਹ ਕੇ ਕਈ ਵਾਰੀ ਕੀ ਕਰਦਾ ਬੰਦਾ ਵੀ ਕੋਈ ਕਮੈਂਟਬਾਜ਼ੀ ਕਰ ਦਿੰਦਾ। ਕਈ ਵਾਰੀ ਕੀ ਹੁੰਦਾ ਤੁਹਾਡੀ ਸੋਚ ਦੇ ਮੁਤਾਬਕ ਉਸ ਬੰਦੇ ਨੇ ਨਹੀਂ ਲਿਖਿਆ ਹੁੰਦਾ, ਤੁਹਾਡੀ ਤੇ ਉਹਨਾਂ ਦੀ ਸੋਚ ਨਹੀਂ ਮਿਲਦੀ ਹੁੰਦੀ, ਤਾਂ ਤੁਸੀਂ ਉਹਦੇ ਤੇ ਇਸ ਤਰ੍ਹਾਂ ਦੀ ਕਮੈਂਟਬਾਜ਼ੀ ਭੱਦੀ ਕਮੈਂਟਬਾਜ਼ੀ ਕਰ ਦਿੰਦੇ ਹੋ, ਤਾਂ ਉਹ ਜਿਹਦੇ ਨਾਲ ਉਹ ਬੰਦੇ ਨੂੰ ਲੱਗਦਾ ਯਾਰ ਵੀ ਠੀਕ ਹੈ ਮੈਂ ਕਿਤਾਬ ਲਿਖੀ ਤੈਨੂੰ ਨਹੀਂ ਜੱਜੀ, ਗੱਲ ਵੱਖਰੀ ਹੈ, ਪਰ ਇੱਦਾਂ ਦੀ ਕਮੈਂਟਬਾਜ਼ੀ ਜਿਹੜੀ ਉਹ ਕਰਨੀ ਚੰਗੀ ਨਹੀਂ ਸੀ। ਇਹਦਾ ਵੀ ਕੋਈ ਡੈਫਾਮੇਸ਼ਨ ਦਾ ਬੰਦਾ ਕੇਸ। ਬਿਲਕੁਲ ਜੀ। ਦੇਖੋ ਹਰੇਕ ਦਾ ਰਾਈਟ, ਕੋਈ ਵੀ ਪਰਸਨ ਹੈ ਇੰਡੀਅਨ ਦਾ, ਉਹਨੂੰ ਪਤਾ ਕਿ ਮੈਨੂੰ ਰਾਈਟ ਟੂ ਫਰੀਡਮ ਹੈ, ਫਰੀਡਮ ਆਫ ਸਪੀਚ ਹੈ, ਠੀਕ ਹੈ ਜੀ, ਪਰ ਉਹ ਇੱਕ ਦਾਇਰੇ ਤੱਕ ਹੈ। ਤੁਸੀਂ ਉਹ ਕਿਸੇ ਨੇ ਕਿਤਾਬ ਲਿਖੀ ਹੈ ਕਿਸੇ ਵੀ ਮੈਟਰ 'ਤੇ ਜਾਂ ਕਿਸੇ ਵੀ ਸਬਜੈਕਟ 'ਤੇ, ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਯਾਰ ਇਹ ਕਿਤਾਬ ਮੈਨੂੰ ਅੱਛੀ ਨਹੀਂ ਲੱਗੀ, ਇਹ ਤੁਹਾਡਾ ਪਰਸਨਲ ਓਪੀਨੀਅਨ ਹੈ, ਠੀਕ ਹੈ ਜੀ। ਤੁਸੀਂ ਕਹਿ ਰਹੇ ਹੋ, ਪਰ ਇਸ ਦੇ ਨਾਲ ਤੁਹਾਨੂੰ ਰਿਸਟ੍ਰਿਕਸ਼ਨ ਇਹ ਲੱਗਦੀ ਹੈ ਜੇ ਤੁਸੀਂ ਕਹਿ ਰਹੇ ਹੋ ਵੀ ਇਹ ਕਿਤਾਬ ਇਸ ਪਰਸਨ ਨੇ ਸਪੈਸੀਫਿਕ ਏਜੰਡੇ ਦੇ ਨਾਲ ਲਿਖੀ ਹੈਗੀ, ਤਾਂ ਉਹ ਗੱਲ ਗਲਤ ਹੈ। ਉਹ ਤੁਸੀਂ ਉਹਨੂੰ ਡਿਫੇਮ ਕਰ ਰਹੇ ਹੋ, ਉਹਦਾ ਕੀ ਵਿਚਾਰ ਹੈ ਜਾਂ ਜੋ ਵੀ ਹੈ, ਠੀਕ ਹੈ ਨਾ। ਅਗਰ ਤੁਸੀਂ ਆਪਣਾ ਓਪੀਨੀਅਨ ਦੇਣਾ, ਤੁਸੀਂ ਇੰਨੀ ਗੱਲ ਕਹਿ ਸਕਦੇ ਹਾਂ ਆਪਾਂ ਯਾਰ ਮੈਨੂੰ ਅੱਛੀ ਨਹੀਂ ਲੱਗੀ। ਇਹ ਗੱਲ ਸੇਮ ਫਿਲਮ 'ਤੇ ਵੀ ਲਾਗੂ ਹੁੰਦੀ ਹੈ, ਮੂਵੀਜ਼ 'ਤੇ ਵੀ, ਸ਼ੋਜ਼ 'ਤੇ ਵੀ, ਹਰ ਚੀਜ਼ 'ਤੇ ਲਾਗੂ ਹੁੰਦੀ ਹੈ। ਪਰਸਨਲ ਓਪੀਨੀਅਨ ਹੈ ਤਾਂ ਉਹ ਆਪਾਂ ਆਪਣੇ ਕੋਲ ਰੱਖਣਾ ਹੈਗਾ, ਕੋਈ ਉਹਨੂੰ ਕਿਸੇ ਸਪੈਸੀਫਿਕ ਏਜੰਡੇ ਨਾਲ ਡੈਰੋਗੇਟਰੀ ਰਿਮਾਰਕਸ ਨਹੀਂ ਦੇਣਾ ਚਾਹੀਦਾ। ਤਾਂ ਜਿਹੜਾ ਸੈਕਸ਼ਨ ਆਰਟੀਕਲ 19(2) ਹੈ ਉਹ ਕਿਸੇ ਤੱਕ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਜਾਂ ਸਪੀਚ ਨੂੰ ਕਰਟੇਲ ਕਰਦਾ ਹੈ। ਕਿ ਤੁਸੀਂ ਲਕਸ਼ਮਣ ਰੇਖਾ ਦੀ ਗੱਲ ਕੀਤੀ ਸੀ ਲਾਸਟ ਟਾਈਮ ਆਪਾਂ, ਤਾਂ ਵੀ ਹਰੇਕ ਚੀਜ਼ ਦੀ ਇੱਕ ਲਕਸ਼ਮਣ ਰੇਖਾ ਹੈ, ਤੁਸੀਂ ਉਸ ਨੂੰ ਕਦੇ ਵੀ ਪਾਰ ਨਾ ਕਰੋ।
ਬਿਲਕੁਲ ਜੀ, ਲਕਸ਼ਮਣ ਰੇਖਾ ਨੂੰ ਇਸੇ ਕਰਕੇ ਇਹ ਲਕਸ਼ਮਣ ਰੇਖਾ ਦਾ ਨਾਮ ਵੀ ਇਸੇ ਕਰਕੇ ਰੱਖਿਆ ਹੈ। ਤੁਹਾਡੇ ਯਾਦ ਹੋਣਾ ਕਿ ਸੀਤਾ ਜੀ ਨੇ ਲਕਸ਼ਮਣ ਰੇਖਾ ਜਿਹੜੀ ਪਾਰ ਕਰ ਲਈ ਸੀ ਤੇ ਕੀ ਹੋਇਆ ਸੀ। ਇਸ ਕਰਕੇ ਇਹ ਜਿਹੜੀ ਰੇਖਾ ਮਰਿਆਦਾ ਐਕਚੁਅਲ ਦੇ ਵਿੱਚ ਕੀ ਹੈ ਕਿ ਇਹ ਅਸੀਂ ਇਹ ਦੱਸਣਾ ਹੁੰਦਾ ਵੀ ਅਸੀਂ ਆਪਣੀ ਮਰਿਆਦਾ ਦੇ ਤਹਿਤ ਰਹਿ ਕੇ ਹਰ ਕੰਮ ਜਿਹੜਾ ਉਹ ਕਰਨਾ ਹੁੰਦਾ। ਜ਼ਰੂਰੀ ਨਹੀਂ ਵੀ ਜੇ ਸਾਡੇ ਸੰਵਿਧਾਨ ਨੇ ਸਾਨੂੰ ਇਹ ਹੱਕ ਦਿੱਤਾ ਕਿ ਅਸੀਂ ਆਪਣਾ ਬੋਲਣ ਦੇ ਲਈ ਬਿਲਕੁਲ ਫ੍ਰੀ ਹਾਂ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਇਹ ਨਹੀਂ ਹੋ ਸਕਦਾ ਵੀ ਅਸੀਂ ਕਿਸੇ ਦੀ ਗਾਲੀ ਗਲੋਚ ਤੂੰ ਤੜਾ ਤੇ ਕਿਸੇ ਦੀ ਮਾਣਹਾਨੀ ਤੇ ਆਈਏ। ਕਈ ਵਾਰੀ ਇਦਾਂ ਹੋ ਜਾਂਦਾ ਹੈ, ਪਰ ਇਹ ਹੁੰਦਾ ਕੀ ਹੈ ਕਿ ਡੈਫਾਮੇਸ਼ਨ ਐਕਚੁਅਲ ਦੇ ਵਿੱਚ ਹੁੰਦਾ ਕੀ? ਦੇਖੋ, ਡੈਫਾਮੇਸ਼ਨ ਕਿਸੇ ਵੀ ਪਰਸਨ ਨੂੰ, ਤੁਹਾਨੂੰ ਪਤਾ ਹੈ ਕਿ ਅਗਰ ਤੁਸੀਂ ਮੇਰੇ ਖਿਲਾਫ ਇਹ ਲਿਖੋਗੇ ਫੇਸਬੁੱਕ ਤੇ ਤਾਂ ਇਹਦੇ ਨਾਲ ਮੇਰੀ ਪੋਜੀਸ਼ਨ ਹੈ ਜੋ ਮੈਨੂੰ ਔਕਵਰਡ ਹੋ ਜਾਏਗੀ, ਜਾਂ ਕੋਈ ਡੈਫਾਮੇਸ਼ਨ ਮੇਰੇ ਖਿਲਾਫ ਕੋਈ ਗਲਤ ਸ਼ਬਦਾਵਲੀ ਵਰਤਦੇ ਹੋ। ਮੈਂ ਐਗਜ਼ੈਕਟ ਇਸ ਟਾਈਮ ਇੱਥੇ ਐਲੀਗੇਸ਼ਨ ਤਾਂ ਨਹੀਂ ਦੱਸਣਾ ਚਾਹੁੰਦਾ ਜਾਂ ਕੋਈ ਬੋਲ ਸਕਦਾ, ਪਰ ਜਦ ਤੁਹਾਨੂੰ ਪਤਾ ਹੋਏਗਾ ਕਿ ਇਸ ਤੋਂ ਬਾਅਦ ਇਹਦੇ ਖਿਲਾਫ ਹੋਏਗੀ ਤੇ ਲੋਕ ਦੇਖਣਗੇ। ਦੇਖੋ, ਜੋ ਡਿਜੀਟਲ ਪਲੇਟਫਾਰਮ ਹੈ ਇਹਦੇ ਵਿਦਿਨ ਸੈਕਿੰਡਸ ਪੋਸਟ ਵਰਲਡ ਵਾਈਡ ਕਿਵੇਂ ਤੁਸੀਂ ਦੇਖਦੇ ਹੋ, ਕਈ ਪੋਸਟਾਂ ਆਪਾਂ ਨਾਲ ਦੇ ਨਾਲ 10 ਲੱਖ ਹੋ ਗਈ, 20 ਲੱਖ ਹੋ ਗਈ, 50 ਲੱਖ ਹੋ ਗਈ, ਤਾਂ ਫਿਰ ਉਹ ਹੋਏ ਤਾਂ ਫਿਰ ਤੁਸੀਂ ਕਿਵੇਂ ਉਹਦੇ ਲਈ ਕੀ ਰੈਮੇਡੀ ਰਹਿ ਜਾਂਦੀ ਹੈ? ਤਾਂ ਤੁਸੀਂ ਜੋ ਵੀ ਬਸ ਇਹੀ ਹੈ ਕਿ ਜੋ ਵੀ ਕਮੈਂਟ ਕਰੋ, ਸ਼ੇਅਰ ਕਰੋ, ਤੁਹਾਨੂੰ ਬਹੁਤ ਸੋਚ ਸਮਝ ਕੇ ਕਰੋ, ਠੀਕ ਹੈ ਨਾ। ਜਦ ਤੱਕ ਲੋਕ ਨਹੀਂ ਕਰ ਰਹੇ ਕੋਈ ਐਕਸ਼ਨ, ਤਾਂ ਇਹਦਾ ਮਤਲਬ ਇਹ ਨਹੀਂ ਕਿ ਐਕਸ਼ਨ ਹੋ ਨਹੀਂ ਸਕਦਾ ਜੀ, ਠੀਕ ਹੈ ਨਾ। ਅੱਛਾ, ਇੱਕ ਹੋਰ ਹੈ ਨੇ ਜਸਬ, ਕੀ ਹੁੰਦਾ ਕਿ ਅਸੀਂ ਬਾਹਰ ਕਿਤੇ ਘੁੰਮਣ ਜਾਂਦੇ ਆ, ਉੱਥੇ ਵੀ ਅਸੀਂ ਦੇਖਦੇ ਹਾਂ ਕਿਉਂਕਿ ਸਾਡੇ ਹੱਥਾਂ ਦੇ ਵਿੱਚ ਫੋਨ ਫੜੇ ਹੁੰਦੇ, ਹਰੇਕ ਆਦਮੀ ਦੇ ਹੱਥਾਂ 'ਚ ਫੋਨ ਫੜੇ ਹੁੰਦੇ ਆ। ਜਦੋਂ ਬੰਦਾ ਕਿਸੇ ਪਾਸੇ ਘੁੰਮਣ ਜਾਂਦਾ ਤਾਂ ਉੱਥੇ ਇੱਕ ਆਪਸੀ ਫੈਮਲੀਆਂ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਝਲ ਕੇ ਆਉਂਦਾ। ਤਾਂ ਲੋਕ ਬਾਹਾਂ 'ਚ ਬਾਹਾਂ ਪਾ ਕੇ ਇਸ ਤਰੀਕੇ ਨਾਲ ਮਾਰਕੀਟ 'ਚ ਜਾਂਦੇ ਨੇ, ਜਾਂ ਅਸੀਂ ਕਿਸੇ ਬੀਚ ਤੇ ਚਲੇ ਜਾਂਦੇ ਤਾਂ ਉੱਥੇ ਕੁੜੀਆਂ ਜਿਹੜੀਆਂ ਨੇ ਸਨਬਾਥ ਲੈ ਰਹੀਆਂ ਨੇ, ਸਾਡੇ ਹੱਥਾਂ 'ਚ ਫੋਨ ਹੁੰਦੇ ਆ, ਅਸੀਂ ਉਹਨਾਂ ਦੀਆਂ ਫੋਟੋਆਂ ਖਿੱਚ ਕੇ, ਜਾਂ ਪ੍ਰਾਈਵੇਟ ਬੰਦਾ ਆਪਣੇ ਬੈਠੇ ਨੇ, ਫੈਮਿਲੀ ਬੈਠੀ ਹੈ, ਉਹਨਾਂ ਦੀ ਫੋਟੋ ਮੂਵਮੈਂਟ ਹੈ ਜਿਹੜੀ ਅਸੀਂ ਉਹ ਕੈਚ ਕਰਦੇ ਹਾਂ ਤੇ ਉਹਨੂੰ ਫੇਸਬੁੱਕ ਤੇ ਪਾ ਦਿੰਦੇ ਹਾਂ। ਇਹ ਪਾਣਾ ਵਾਜਿਬ ਹੈ ਜਾਂ ਨਹੀਂ? ਦੇਖੋ, ਇਹਦੇ 'ਚ ਡੈਫਾਮੇਸ਼ਨ ਦੇ ਨਾਲ ਨਾਲ IPC ਦੀਆਂ ਵੀ ਕਈ ਧਾਰਾਂ, ਓਬਸੈਨਿਟੀ ਦੀਆਂ ਧਾਰਾਂ ਲੱਗਣਗੀਆਂ, ਠੀਕ ਹੈ ਨਾ। ਤਾਂ ਇਸ ਤਰ੍ਹਾਂ ਵੀ ਕਿਸੇ ਦੀ ਪ੍ਰਾਈਵੇਟ ਲਾਈਫ ਨੂੰ ਆਪਾਂ ਆਪਣੀ ਮਰਜ਼ੀ ਦੇ ਨਾਲ ਉਹਨੇ ਵਿਦਆਊਟ ਪਰਮਿਸ਼ਨ ਤੋਂ ਅਪਲੋਡ ਨਹੀਂ ਕਰਨਾ ਚਾਹੀਦਾ। ਇਹ ਵੀ ਇਸ ਦੇ ਵਿੱਚ IPC ਦੇ ਕਈ ਤਰ੍ਹਾਂ ਦੇ ਨਾਲ ਵਿੱਚ ਸ਼ਾਮਲ ਹੋਏਗਾ। ਮਤਲਬ ਇਹ ਹੈ ਕਿ ਜਿਹੜੇ ਪ੍ਰਾਈਵੇਟ ਹੈਗੇ ਨੇ, ਬੈਠੇ ਆਪਣੀ ਫੈਮਿਲੀ ਬੈਠੀ ਆਪਸ ਦੇ ਵਿੱਚ, ਤੇ ਅਸੀਂ ਤੁਰੇ ਜਾਂਦੇ ਉਹਨਾਂ ਦੀ ਫੋਟੋ ਖਿੱਚ ਕੇ ਉਹਨੂੰ ਜੇ ਅਸੀਂ ਅਪਲੋਡ ਕਰ ਦਿੰਦੇ ਹਾਂ, ਤੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਓਫੈਂਸ ਹੈ, ਓਫੈਂਸਿਵ ਮੈਸੇਜ ਹੈ। ਬਿਲਕੁਲ ਜੀ, ਕਿਸੇ ਦੀ ਪ੍ਰਾਈਵੇਟ ਲਾਈਫ ਹੈ, ਉਹ ਕਿਸ ਤਰ੍ਹਾਂ ਬੈਠਾ ਕਿਤੇ ਵੀ ਵਿਦਆਊਟ ਉਹਦੀ ਪਰਮਿਸ਼ਨ ਤੋਂ ਕੁਝ ਵੀ ਕਰਨਾ, ਤਾਂ ਉਹ ਵੀ ਇਹਦੇ ਓਬਸੈਨਿਟੀ ਦੇ ਵਿੱਚ ਅੰਡਰ ਆਏਗਾ। ਅਗਰ ਉਹਨਾਂ ਦੇ ਕੋਈ ਪ੍ਰਾਈਵੇਟ ਕੋਈ ਮੂਮੈਂਟ ਕੈਪਚਰ ਹੋ ਜਾਂਦਾ ਤਾਂ ਉਸ ਨੂੰ ਅਪਲੋਡ ਕੋਈ ਵੀ ਤੀਸਰਾ ਪਰਸਨ ਨਹੀਂ ਕਰ ਸਕਦਾ। ਅੱਛਾ, ਕਈ ਲੋਕ ਇਹ ਕਹਿੰਦੇ ਨੇ ਵੀ ਜਿਹੜਾ ਇਲੈਕਟ੍ਰੋਨਿਕ ਡਾਟਾ ਜਿਹੜਾ ਉਹਨੂੰ ਪ੍ਰੀਜ਼ਰਵ ਨਹੀਂ ਕੀਤਾ ਜਾਂਦਾ, ਇਹ ਹੋ ਸਕਦਾ ਜਾਂ ਨਹੀਂ, ਕਿ ਔਖਾ ਕਿੰਨਾ ਹੋ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਜੋ ਡਾਟਾ ਹੈ ਆਪਣਾ, ਆਪਾਂ ਨੂੰ ਇਹ ਲੱਗਦਾ ਕਿ ਅਸੀਂ ਪੋਸਟ ਕੀਤੀ ਤੇ ਡਿਲੀਟ ਹੋ ਗਈ, ਪਰ ਜੋ ਸਰਵਿਸ ਪ੍ਰੋਵਾਈਡਰ ਹੈ, ਠੀਕ ਹੈ, ਔਰ ਇਹਨਾਂ ਕੋਲ ਸਭ ਡਾਟਾ ਉੱਥੇ ਸੇਵ ਹੈ ਹਾਰਡ ਡਿਸਕ ਦੇ ਵਿੱਚ, ਔਰ ਇਸ ਨੂੰ ਪ੍ਰੀਜ਼ਰਵ ਕਰਨਾ ਪਰਸਨ ਦੇ ਲਈ ਕਿਸੇ ਨਾਲ ਮੁਸ਼ਕਿਲ ਹੋ ਸਕਦਾ, ਪਰ ਜੋ ਡਿਜੀਟਲ ਪਲੇਟਫਾਰਮ 'ਤੇ ਹੈ, ਤਾਂ ਹੁਣ WhatsApp ਦੇ ਵਿੱਚ ਵੀ ਕੁਝ ਕਾਫੀ ਹਦਾਇਤਾਂ ਆਈਆਂ ਕਿ ਤੁਸੀਂ ਇਹਨੂੰ ਸਟੋਰ ਕਰੋ ਜਾਂ ਹੋਰ, ਤਾਂ ਇਹ ਪ੍ਰੀਜ਼ਰਵ ਕਰਦੀ ਹੈ ਜੋ ਵੀ ਕੰਪਨੀ ਹੈ। ਅਤੇ ਤੁਸੀਂ ਇਹਨੂੰ ਸੋਚ ਸਮਝ ਕੇ ਜਦੋਂ ਆਪਾਂ ਐਕਸੈਪਟ ਕਰਦੇ ਹਾਂ ਕਿਸੇ ਵੀ ਐਪਲੀਕੇਸ਼ਨ ਨੂੰ, ਤਾਂ ਆਪਾਂ ਉਹਦੀ ਆਪਣੀ ਇਨਫੋਰਮੇਸ਼ਨ ਦਿੰਦੇ ਹਾਂ ਕਿ ਜੋ ਵੀ ਇਹਦਾ ਕੈਮਰਾ ਹੈ, ਗੈਲਰੀ ਹੈ, ਉਹ ਸਾਰੀ ਉਹ ਸੇਵ ਕਰ ਸਕਦਾ ਹੈ। ਤਾਂ ਜੋ ਆਪਾਂ ਤਾਂ ਹੁਣ ਐਕਸੈਪਟ ਕਰ ਦਿੰਦੇ ਹਾਂ ਐਪਲੀਕੇਸ਼ਨ ਡਾਊਨਲੋਡ ਕਰਨ ਲੱਗੇ, ਤਾਂ ਉੱਥੇ ਉਹ ਡਾਟਾ ਪ੍ਰੀਜ਼ਰਵ ਹੋ ਜਾਂਦਾ ਹੈਗਾ ਜੋ ਵੀ ਆਪਣਾ ਹੈਗਾ ਜੀ। ਬਿਲਕੁਲ, ਇਹ ਵੀ ਦੇਖੋ ਬਹੁਤ ਜਿਹੜੀ ਗੱਲ ਇਹਨਾਂ ਨੇ ਦੱਸੀ ਵਕੀਲ ਸਾਹਿਬ ਨੇ, ਕਿ ਕਈ ਵਾਰੀ ਅਮੂਮਨ ਸਾਡੇ ਕੋਲ ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਮੈਸੇਜਸ ਆ ਜਾਂਦੇ ਨੇ ਵੀ ਇਹ ਜਿਹੜਾ ਐਪ ਹੈ ਤੁਸੀਂ ਇਹਨੂੰ ਡਾਊਨਲੋਡ ਕਰੋ ਜੀ। ਅਸੀਂ ਜਿਵੇਂ ਸਪੋਜ਼ ਕਰਦੇ ਹਾਂ ਆਪਾਂ ਇੱਕ ਫੋਟੋਆਂ ਹੀ ਬਣਾਉਣ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਆਪਣੀ ਫੋਟੋ ਪਾਓ, ਤਾਂ ਉਹ ਬਹੁਤ ਸੋਹਣੀ ਕਰਕੇ ਉਹ ਫੋਟੋ ਹੈ ਜਿਹੜੀ ਉਹ ਭੇਜ ਦਿੰਦੇ ਨੇ, ਤੇ ਕਿਤੇ ਨਾ ਕਿਤੇ ਉਹ ਫੋਟੋ ਉਹਨਾਂ ਕੋਲ ਸੇਵ ਹੋ ਜਾਂਦੀ ਹੈ। ਇਸ ਕਰਕੇ ਅਸੀਂ ਜਦੋਂ ਵੀ ਇੰਟਰਨੈਟ ਯੂਜ਼ ਕਰਨਾ, ਮੈਨੂੰ ਇਹ ਲੱਗਦਾ ਬੜੀ ਇਹਤਿਆਤ ਦੇ ਨਾਲ ਯੂਜ਼ ਕਰਨਾ। ਕਈ ਵਾਰ ਅਸੀਂ ਸੋਚਦੇ ਹਾਂ ਵੀ ਨਹੀਂ, ਇਹ ਜਿਹੜੀ ਫੋਟੋ ਹੈ ਜਾਂ ਇਹ ਵੀਡੀਓ ਸਿਰਫ ਮੈਂ ਆਪਣੇ ਦੇਖਣ ਵਾਸਤੇ ਬਣਾਈ ਹੈ, ਪਰ ਨਹੀਂ। ਜਿੱਥੇ ਵੀ ਦੇਖੋ, ਜਿਹੜੇ ਐਪ ਤੁਹਾਡੇ ਫੋਨ 'ਚ ਚੱਲ ਰਹੇ ਨੇ, ਉਹ ਕਿਤੇ ਨਾ ਕਿਤੇ ਤੁਹਾਡਾ ਫੋਨ ਜ਼ਰੂਰ ਖੋਲ੍ਹਦਾ ਹੈ। ਇਸ ਕਰਕੇ ਕੋਈ ਇਹੋ ਜਿਹੀ ਗੱਲ ਰਹਿ ਗਈ ਹੋਵੇ ਜੀ ਜਿਹੜੀ ਮੈਂ ਸਾਈਬਰ ਡੈਫਾਮੇਸ਼ਨ ਬਾਰੇ ਤੁਹਾਨੂੰ ਨਾ ਪੁੱਛ ਸਕਿਆ ਹੋਵੇ, ਪਰ ਤੁਹਾਨੂੰ ਲੱਗਦਾ ਹੋਵੇ ਵੀ ਇਹ ਦਰਸ਼ਕਾਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ। ਦੇਖੋ, ਕਿਸੇ ਵੀ ਨਾਲ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ ਹੈ ਜਾਂ ਕੋਈ ਹਰਾਸ ਹੋ ਰਿਹਾ ਹੈ ਪਰਸਨ, ਕੁਝ ਡਿਫੇਮ ਹੋ ਰਿਹਾ ਹੈ ਡਿਜੀਟਲ ਪਲੇਟਫਾਰਮ 'ਤੇ, ਪਰ ਕੁਝ ਕਰ ਨਹੀਂ ਪਾ ਰਿਹਾ, ਤਾਂ NCRB ਦੀ ਪੋਰਟਲ ਦੀ ਸਾਈਟ ਹੈ ਜੋ ਕਿ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਉਂਦੀ ਹੈਗੀ, ਨੈਸ਼ਨਲ ਕ੍ਰਾਈਮ ਬਿਊਰੋ ਪੋਰਟਲ, ਠੀਕ ਹੈ ਜੀ। ਤਾਂ ਇਸ 'ਤੇ ਉਹ ਆਨਲਾਈਨ ਆਪਣੀ ਕੰਪਲੇਂਟ ਦਰਜ ਕਰਾ ਸਕਦਾ ਹੈ, ਪਰ ਇਹ ਕੰਪਲੇਂਟ ਦਰਜ ਕਰਾਉਣ ਤੋਂ ਪਹਿਲੇ ਉਹਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਉਹ ਖੁਦ ਸੱਚਾ ਹੋਏ। ਇਸ ਤਰ੍ਹਾਂ ਨਹੀਂ ਕਿ ਆਪਾਂ ਕਿਸੇ 'ਤੇ ਵੀ ਕੰਪਲੇਂਟ ਕੋਈ ਕਰ ਦਈਏ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਉਸ 'ਤੇ ਵੀ ਕੁਝ ਖੁਦ 'ਤੇ ਐਕਸ਼ਨ ਆ ਸਕਦਾ ਹੈਗਾ। ਬਿਲਕੁਲ ਜੀ, ਨਹੀਂ ਤਾਂ ਜੇ ਇਹਨਾਂ ਨੇ ਇੱਕ ਬਹੁਤ ਵਧੀਆ ਜਿਹੜੀ ਪੁੱਛਣਾ ਭੁੱਲ ਗਿਆ ਸੀ, NCERT
NCERT ਪੋਰਟਲ ਹੈ ਜਿਹਦੇ ਆਦਿ। ਤੇ ਅਸੀਂ ਕ੍ਰਾਈਮ ਦੀ ਜਿਹੜੀ ਸਾਈਬਰ ਕ੍ਰਾਈਮ ਹੈ ਉਹਦੀ ਜਿਹੜੀ ਰਿਪੋਰਟ ਹੈ ਉਹ ਉਸ ਲਿਖਵਾ ਸਕਦੇ। ਉਸ ਤੋਂ ਬਾਅਦ ਉਸ ਏਜੰਸੀ ਦਾ ਕੀ ਕੰਮ ਹੈ? ਦੇਖੋ, ਇਨਵੈਸਟੀਗੇਸ਼ਨ ਏਜੰਸੀ ਦਾ ਇਹ ਕੰਮ ਹੈ ਵੀ ਜਿਸ ਵੀ ਪਲੇਟਫਾਰਮ ਤੋਂ ਉਹ ਕੋਈ ਸਟੇਟਮੈਂਟ ਹੋਈ ਹੈ ਜਾਂ ਕੁਝ ਐਸਾ ਡੈਫਾਮੇਟਰੀ ਰਿਮਾਰਕਸ ਆਇਆ ਹੈਗਾ, ਤਾਂ ਉਸ ਜੋ ਵੀ ਉਹ ਫੋਨ ਹੈ, ਲੈਪਟਾਪ ਹੈ, ਠੀਕ ਹੈ, ਉਸ ਦੇ IP ਐਡਰੈਸ ਤੋਂ ਉਹਨੂੰ ਸੇਵ ਕਰ ਲੈਂਦੇ ਆ ਪੁਲਿਸ ਵਾਲੇ, ਜੋ ਵੀ ਕੋਈ ਅਥਾਰਟੀ ਹੈ, ਏਜੰਸੀ, ਇਨਵੈਸਟੀਗੇਸ਼ਨ ਏਜੰਸੀ ਹੈ। ਤਾਂ ਉਸ ਤੋਂ ਉਹਨਾਂ ਦਾ ਮੋਬਾਈਲ ਮਾਡਲ ਨੰਬਰ ਕਿ ਜੀ ਇਹ ਪ੍ਰਿੰਟਰ ਤੋਂ ਇਹ ਪ੍ਰਿੰਟ ਲਿੱਤਾ, ਇਹਦਾ ਮਾਡਲ ਹੈਗਾ LBP 2900, ਇਹ ਡੈਲ ਕੰਪਨੀ ਦਾ ਸੀਗਾ ਪ੍ਰੋਸੈਸਰ, ਡੈਲ ਕੰਪਨੀ ਦਾ ਮੋਨੀਟਰ ਸੀਗਾ, ਉਹ ਸਾਰਾ ਡਾਟਾ ਕਰਕੇ ਉਹਨੂੰ 65B ਦਾ ਸਰਟੀਫਿਕੇਟ ਦੇ ਕੇ ਉਹ ਜੋ ਓਰੀਜਨਲ ਡਿਵਾਈਸ ਹੈ ਉਹ ਕੋਰਟ ਦੇ ਵਿੱਚ ਸਬਮਿਟ ਹੋਏ ਦੇ ਇਨਵੈਸਟੀਗੇਸ਼ਨ ਏਜੰਸੀ ਕੋਲੇ, ਤਾਂ ਉਹ ਸਰਟੀਫਿਕੇਟ ਦੇ ਕੇ ਫਿਰ ਉਹ ਮੰਨਿਆ ਜਾਂਦਾ ਹੈ ਕਿ ਜੋ ਸਰਟੀਫਿਕੇਟ ਹੈ, ਜੋ ਐਵੀਡੈਂਸ ਹੈ, ਇਹ ਸੱਚਾ ਹੈ ਜੀ। ਬਿਲਕੁਲ, ਜੋ ਸਾਰੀ ਚੀਜ਼ਾਂ ਪੂਰੀਆਂ ਕਰਦਾ ਹੈ ਇਸ ਚੀਜ਼ਾਂ ਨੂੰ। ਬਿਲਕੁਲ, ਜਿਹੜੀ ਇਹ ਵਕੀਲ ਸਾਹਿਬ ਨੇ ਗੱਲ ਦੱਸੀ ਵੀ ਜਿਵੇਂ ਇਹ ਡੈਲ ਦਾ ਹੈ, ਐਕਚੁਅਲ ਦੇ ਵਿੱਚ ਇਹ ਇੱਕ ਐਗਜ਼ਾਮਪਲ ਹੈ ਕਿ ਆਹ ਲੈਪਟਾਪ ਹੈ ਜੀ ਜਾਂ ਇਹ ਸਿਸਟਮ ਹੈ, ਇਸ ਮੋਬਾਈਲ ਤੋਂ ਇਹ ਚੀਜ਼ ਹੈ ਜਿਹੜੀ ਅਪਲੋਡ ਕੀਤੀ ਗਈ ਹੈ। ਮੇਰੇ ਖਿਆਲ ਇਸੇ ਨੂੰ ਹੀ ਸ਼ਾਇਦ ਇਹਦੇ ਵਿੱਚ ਇੱਕ IP ਐਡਰੈਸ ਹੁੰਦਾ। ਹਾਂਜੀ, IP ਉਹ ਕੀ ਹੁੰਦਾ? IP ਐਡਰੈਸ ਇਹ ਹੈ ਜਿਸ ਤਰ੍ਹਾਂ ਆਪਣੇ ਘਰ ਹੈ, ਮੈਂ ਤੁਹਾਨੂੰ ਪੁੱਛੂੰਗਾ ਜੀ ਵੀ ਵਿੱਕੀ ਜੀ ਤੁਹਾਡੇ ਘਰ ਦਾ ਕੀ ਐਡਰੈਸ ਹੈ ਜੀ, ਤੁਸੀਂ ਕਹੋਗੇ ਜੀ ਗਲੀ ਨੰਬਰ 100 ਔਰ ਮਕਾਨ ਨੰਬਰ ਹੈ ਨਾ, ਏਰੀਆ ਇਹ ਵਾਲਾ। ਇਹ IP ਐਡਰੈਸ ਬਿਲਕੁਲ ਇਸ ਤਰ੍ਹਾਂ ਹੈ। ਕਈ ਵਾਰ ਲੋਕ ਸੋਚਦੇ ਕਿ ਮੈਂ ਤਾਂ ਐਨੋਨਿਮਸ ਕਮੈਂਟ ਕੀਤਾ, ਮੈਨੂੰ ਕਿਹੜਾ ਟਰੇਸ ਕਰ ਸਕਦੇ ਹੈਗੇ। ਨਹੀਂ, ਇਸ ਤਰ੍ਹਾਂ ਦੀ ਬਿਲਕੁਲ ਗੱਲ ਨਹੀਂ ਹੈ। ਤੁਸੀਂ ਐਨੋਨਿਮਸ ਕਰੋ, ਸਿਨੋਨਿਮਸ ਕਰੋ, ਕਿਸੇ ਤਰ੍ਹਾਂ ਵੀ ਕਰੋ, ਬਾਈ ਨੇਮ ਕਰੋ। ਅਗਰ ਕੋਈ ਬੰਦਾ ਤੁਹਾਡੇ ਤੇ ਐਕਸ਼ਨ ਲੈਣਾ ਚਾਹੁੰਦਾ ਹੈ, ਅਗਰ ਉਹ ਕੰਪਲੇਂਟ ਕਰਦਾ ਹੈ ਔਰ ਇਨਵੈਸਟੀਗੇਸ਼ਨ ਏਜੰਸੀ, ਠੀਕ ਹੈ, ਥੋੜਾ ਟਾਈਮ ਲੱਗ ਸਕਦਾ ਹੈ, ਪਰ ਉਹ IP ਐਡਰੈਸ ਤੋਂ ਬਿਲਕੁਲ ਨਾਲ ਦੀ ਨਾਲ ਟਰੇਸ ਕਰ ਸਕਦੇ ਆ। ਜਾਂ ਆਪਾਂ ਕਿਸੇ ਦਾ ਵਾਈਫਾਈ ਯੂਜ਼ ਕਰਦੇ ਹਾਂ ਤਾਂ ਆਪਾਂ ਇਹ ਸੋਚਦੇ ਹਾਂ ਕਿ ਲੈ ਇਹ ਕਿਹੜਾ ਪਤਾ ਲੱਗਿਆ ਕਿਸੇ ਨੂੰ ਕਿ ਬਈ ਮੈਂ ਤਾਂ ਯੂਜ਼ ਕੀਤਾ ਹੀ ਨਹੀਂ ਡਾਟਾ, ਵੀ ਮੇਰੇ ਫੋਨ 'ਚ ਤਾਂ ਨੈਟ ਹੀ ਹੈ ਨਹੀਂ। ਪਰ ਇਹ ਸਭ ਗਲਤ ਇਨਫੋਰਮੇਸ਼ਨ ਹੈ ਲੋਕਾਂ ਦੇ ਮਾਈਂਡ ਦੇ ਵਿੱਚ। ਤਾਂ ਇਹ ਸਾਰਾ IP ਐਡਰੈਸ ਤੋਂ ਸਭ ਕੁਝ ਜੋ ਅਗਰ ਇਨਵੈਸਟੀਗੇਸ਼ਨ ਏਜੰਸੀ ਚਾਹੇ ਤਾਂ ਟਰੇਸ ਕਰ ਸਕਦੀ ਹੈ। ਅੱਛਾ, ਇਹ ਵੀ ਇੱਕ ਚੋਰੀ ਹੈ ਜੀ, ਕਿਸੇ ਦਾ ਡਾਟਾ ਜਿਹੜਾ ਵਾਈਫਾਈ ਯੂਜ਼ ਕਰਨਾ। ਅਸੀਂ ਕਹਿੰਦੇ ਇਹਨੂੰ ਕਿਹੜਾ ਪਤਾ ਲੱਗਦਾ ਯਾਰ, ਮੈਂ ਆਪਣੇ ਨਾਲ ਅਟੈਚ ਕਰ ਲਿਆ, ਤੇ ਇਹ ਵੀ ਇੱਕ ਚੋਰੀ ਮੰਨੀ ਜਾਂਦੀ ਹੈ, ਆਫੈਂਸ ਹੈ। ਦੇਖੋ, ਇਸ 'ਤੇ ਮੈਂ ਹਾਲੇ ਕੋਈ ਕਮੈਂਟ ਨਹੀਂ ਕਰਾਂਗਾ। ਕਾਰਨ ਇਹ ਹੈ ਕਿ ਜਿਸ ਨੂੰ ਪਤਾ ਹੈ ਕਿ ਮੈਂ ਆਪਣਾ ਡਾਟਾ ਨਹੀਂ ਦੇਣਾ, ਤਾਂ ਉਸਨੇ ਆਪਣੀ ਪ੍ਰਾਈਵੇਸੀ ਲਗਾ ਰੱਖੀ ਹੈਗੀ ਹਰ ਇੱਕ ਚੀਜ਼ 'ਤੇ ਜਾਂ ਹਰ ਇੱਕ ਡਿਜੀਟਲ ਪਲੇਟਫਾਰਮ 'ਤੇ ਕਿ ਮੈਂ ਕਿੰਨਾ ਕੁ ਦਿਖਾਉਣਾ ਚਾਹੁੰਦਾ ਆਪਣੇ ਆਪ ਨੂੰ। ਤੁਸੀਂ ਦੇਖੋ, ਕਈ ਪਰਸਨ, ਤੁਸੀਂ ਹੁਣ ਐਗਜ਼ਾਮਪਲ ਲਈ ਸੀ ਕਿ ਸੈਰ ਕਰਨ ਜਾਂਦੇ ਆ, ਉਹ ਵੀ ਫੋਟੋ ਪਾ ਦਿੰਦੇ ਆ ਕਈ ਵਾਰੀ, ਠੀਕ ਹੈ ਨਾ। ਉਹ ਹਰੇਕ ਦੀ ਆਪਣੀ ਪਰਸਨਲ ਲਾਈਫ ਹੈ ਕਿ ਉਹ ਆਪਣੀ ਕਿੰਨੀ ਕੁ ਲਾਈਫ ਦਿਖਾਉਣਾ ਚਾਹੁੰਦਾ ਹੈ ਕਿਸੇ ਨੂੰ। ਤਾਂ ਇਹ ਹਰੇਕ ਦਾ ਆਪਣਾ ਪਰਸਨਲ ਲੋ ਹੈ ਕਿ ਬਈ ਕਿੰਨਾ ਕੁ ਉਹਨੂੰ, ਜਾਂ ਡਾਟਾ ਉਹਨੇ ਓਪਨ ਕਰ ਰੱਖਿਆ ਕੀਵਰਡ, ਤਾਂ ਉਹ ਸਭ ਨਾਲ ਕਨੈਕਟ ਹੋ ਜਾਏਗਾ। ਅਗਰ ਉਹਨੇ ਪ੍ਰਾਈਵੇਸੀ ਲਗਾ ਰੱਖੀ ਹੈ ਤਾਂ ਕਨੈਕਟ ਹੋ ਹੀ ਨਹੀਂ ਸਕਦਾ ਕਿਸੇ ਨਾਲ ਵੀ। ਆਪਾਂ ਇਹ ਵੀ ਦੇਖਦੇ ਵੀ ਕਈ ਵਾਰੀ ਪ੍ਰੋਫਾਈਲਸ ਜਿਹੜੀਆਂ ਨੇ ਉਹ ਲੌਕਡ ਕੀਤੀਆਂ ਹੁੰਦੀਆਂ। ਬਿਲਕੁਲ, ਉਹ ਬੰਦਾ ਨਹੀਂ ਚਾਹੁੰਦਾ ਕਿ ਮੇਰੀ ਜਿਹੜੀ ਪ੍ਰਾਈਵੇਟ ਲਾਈਫ ਹੈ ਕਿਸੇ ਨੂੰ ਪਤਾ ਲੱਗੇ। ਜਦੋਂ ਉਹਦੇ ਵਿਚਾਰ ਮਿਲ ਜਾਂਦੇ ਆ, ਫਿਰ ਉਹ ਤੁਹਾਡੀ ਜਿਹੜੀ ਫਰੈਂਡ ਰਿਕੁਐਸਟ ਹੈ ਉਹਨੂੰ ਐਕਸੈਪਟ ਕਰ ਲੈਂਦਾ। ਇਸ ਕਰਕੇ ਕੋਸ਼ਿਸ਼ ਮੇਰੀ ਇਹ ਸੀਗੀ ਕਿ ਕਿਉਂਕਿ ਅੱਜ ਕੱਲ੍ਹ ਇਹ ਸਭ ਤੋਂ ਜ਼ਿਆਦਾ ਵਾਸਟ ਫੀਲਡ ਹੈ, ਬਿਲਕੁਲ, ਜਿਹੜਾ ਕਹਿ ਲਈਏ ਵੀ ਇੰਟਰਨੈਟ ਦਾ ਹੈ। ਅਤੇ ਉਹਦੇ 'ਤੇ ਜਦੋਂ ਕੋਈ ਚੀਜ਼ਾਂ ਫਾਇਦੇ ਲਈ ਬਣਦੀਆਂ ਤਾਂ ਉਹਨਾਂ ਦੇ ਕੁਝ ਨੁਕਸਾਨ ਵੀ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ। ਅਤੇ ਅਸੀਂ ਜਦੋਂ ਵੀ ਕਿਤੇ ਵੀ ਵਿਚਰਨਾ, ਜਦੋਂ ਵੀ ਕੋਈ ਕਮੈਂਟ ਪਾਉਣਾ, ਬਿਆਨਬਾਜ਼ੀ ਕਰਨੀ ਹੈ, ਕਿਸੇ ਨੂੰ ਕੋਈ ਮਾੜਾ ਚੰਗਾ ਕਹਿਣਾ, ਕਿਸੇ ਬਾਰੇ ਕੋਈ ਵਿਚਾਰ ਦੇਣੇ, ਤਾਂ ਬੜਾ ਸੋਚ ਸਮਝ ਕੇ ਅਸੀਂ ਉਹ ਵਿਚਾਰ ਦੇਣੇ ਨੇ। ਅੱਜ ਕਾਫੀ ਗੱਲਾਂ ਸਾਈਬਰ ਡੈਫਾਮੇਸ਼ਨ ਬਾਰੇ, ਸਾਈਬਰ ਕ੍ਰਾਈਮ ਬਾਰੇ ਜਿਹੜੀਆਂ ਅਨੇਜਾ ਸਾਹਿਬ ਨਾਲ ਹੋਈਆਂ। ਅਨੇਜਾ ਸਾਹਿਬ, ਅੱਗੇ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਤੋਂ ਜਾਣਕਾਰੀ ਲੈਂਦਾ ਰਹਾਂ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। CCN TV ਦੇਖ ਰਹੇ ਸਾਰੇ ਚੈਨਲ ਦਾ ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ। ਇਹ ਸੀ ਐਡਵੋਕੇਟ ਅਮਿਤ ਅਨੇਜਾ ਸਾਹਿਬ। ਇਹਨਾਂ ਨੇ ਸਾਨੂੰ ਪਿਛਲੇ ਐਪੀਸੋਡ ਦੇ ਵਿੱਚ ਵੀ ਸਾਈਬਰ ਡੈਫਾਮੇਸ਼ਨ ਬਾਰੇ ਦੱਸਿਆ। ਅੱਜ ਵੀ ਸਾਨੂੰ ਸਾਈਬਰ ਡੈਫਾਮੇਸ਼ਨ ਤੇ ਕੁਝ ਸਾਈਬਰ ਕ੍ਰਾਈਮ ਬਾਰੇ ਦੱਸਿਆ। ਅੱਗੇ ਵੀ ਇਹਨਾਂ ਨਾਲ ਮਿਲਦੇ ਰਹਾਂਗੇ, ਨੌਲੇਜ ਲੈਂਦੇ ਰਹਾਂਗੇ। ਤੁਹਾਡੇ ਕਈ ਵਾਰੀ ਕੋਈ ਸਵਾਲ ਹੋਣ, ਵਿਚਾਰ ਹੋਣ, ਤਾਂ ਥੱਲੇ ਦਿੱਤੇ ਮੇਰੇ ਨੰਬਰ ਦੇ ਉੱਤੇ ਤੁਸੀਂ WhatsApp ਕਰ ਸਕਦੇ ਹੋ, ਜਾਂ Facebook 'ਤੇ, Instagram 'ਤੇ, ਜਾਂ YouTube 'ਤੇ ਤੁਸੀਂ ਆਪਣੇ ਕਮੈਂਟ ਬਾਜੀ ਹੈ ਜਿਹੜੀ ਉਹ ਕਰ ਸਕਦੇ ਹੋ, ਤਾਂ ਜੋ ਮੈਂ ਸਵਾਲ ਹੈ ਇਹਨਾਂ ਤੋਂ ਪੁੱਛ ਸਕਾਂ ਅਤੇ ਤੁਹਾਡੇ ਜਵਾਬ ਤੁਹਾਨੂੰ ਮਿਲ ਜਾਣ। ਉਦੋਂ ਤੱਕ ਦਿਓ ਇਜਾਜ਼ਤ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।